श्री गुरु तेग बहादुर जी की शहीदी हिंदुस्तान के इतिहास विच जबरी धर्म तब्दीली खिलाफ डट के खलो जाने वालियां लई एक चानण मुनारे का काम करती है। जदों भी गुरु तेग बहादुर जी की शहीदी का जिक्र आता है तो समय की ਜ਼ਾਲਮ हुकूमत वालों गुरु जी के कट्टे गए ਸੀਸ ਨੂੰ श्री आनंदपुर साहिब विखे लैके आने वाले योधे भाई जैता जी की विलक्षण भूमिका ਨੂੰ भी सिख पंथ विच वड्डे सन्मान नाल याद किया जाता है, जिन्हां दी कारगुजारी तो खुश होकर दशमेश पिता साहिब श्री गुरु गोबिंद सिंह जी ने उन्होंने रंगरेटे गुरु के बेटे होने का माण बख्शिया सी। भाई जैता जी अमृत छकण तो बाद भाई जीवन सिंह जी अखवाए और अज भी उन्होंने समाज में बाबा जीवन सिंह जी के नाम नाल याद किया जाता है। बाबा जी का जीवन समुचे पंथ लई अजिहा राह दसेरा है जिसनों फिर तो संसार के सामने लिया के गुरु के बेटियां नूं सिख पंथ की चढ़ती कला लई अपना अहम योगदान पाउण लई तैयार करन दा वड्डा उपराला सरदार जसवंत सिंह होरां दी सहयोग अगवाई हेठ बाबा जीवन सिंह जी विद्यक ते भलाई संस्था वालों किया जा रहा है। श्री आनंदपुर साहिब विखे बाबा जीवन सिंह जी नूं समर्पित उसारी अधीन इमारती कंपलैक्स विखे जाके की गई मुलाकात के कुछ अंश। वाहिगुरू खालसा वाहिगुरू फतेह जी। पहले तो सर असीं तुहाडा चैनल का धन्नवाद करते हैं जी, तुसीं इत्थे पहुँचे हो। तो इस प्रोजेक्ट बारे मैं दसना चाहना कि 1974-75 ਦੇ ਵਿੱਚ ਇਹ 7 ਕਨਾਲ ਜ਼ਮੀਨ ਸਰਦਾਰ ਗੁਰਮੇਜ ਸਿੰਘ ਜੀ ਅੰਮ੍ਰਿਤਸਰ ਤੋਂ ਗੁਮਾਨਪੁਰ ਪਿੰਡ ਤੋਂ ਸੀ, ਉਹਨਾਂ ਨੇ ਇਹ ਬਾਬਾ ਜੀਵਨ ਸਿੰਘ ਦੇ ਨਾਂ ਤੇ ਲਈ ਸੀ। ਇਹ ਜ਼ਮੀਨ ਨੂੰ 45 ਸਾਲ ਹੋ ਗਏ ਲਈ ਨੂੰ, ਲੇਕਿਨ ਇਹਦੇ 'ਚ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਹੋਇਆ ਸੀ। ਫਿਰ ਉਹਨਾਂ ਦੇ ਪੁੱਤਰ ਸਰਦਾਰ ਬਲਦੇਵ ਸਿੰਘ ਜੀ ਨੇ ਇਹ ਜਗ੍ਹਾ ਸ਼ਹੀਦ ਬਾਬਾ ਜੀ ਨੂੰ ਵਿਦਿਅਕ ਤੇ ਭਲਾਈ ਟਰਸਟ ਚੰਡੀਗੜ੍ਹ ਨੂੰ ਦਾਨ ਕਰਤੀ ਕਿ ਇਹਦੇ ਵਿੱਚ ਜੋ ਹੈ ਤੁਸੀਂ ਸਿੱਖ ਪੰਥ ਦਾ ਵਿਰਾਸਤ ਹੈ ਉਹਨੂੰ ਉਜਾਗਰ ਕਰੋ ਜੀ। तो इस संबंध में असी मैं दसना चाहना कि मिति 10/7/2003 ਨੂੰ ਸ਼ਹੀਦ ਬਾਬਾ ਜੀ ਨੂੰ ਵਿਦਿਆ ਤੇ ਭਲਾਈ ਟਰਸਟ ਚੰਡੀਗੜ੍ਹ ਨੇ ਦਾਸ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਔਰ 10 ਦਿਨ ਤੋਂ ਹੀ ਇੱਥੇ ਕੰਮ ਚਾਲੂ ਹੈ, ਜਿਹਦੇ 'ਚ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਜੋ ਚੀਜ਼ਾਂ ਸਾਨੂੰ ਬਹੁਤ ਜ਼ਰੂਰੀ ਸਮਝਦੇ ਅਸੀਂ ਜਿਹਦੇ ਨਾਲ ਸੰਗਤ ਜਿਹੜੀ ਹੈ ਗੁਰੂ ਘਰ ਨਾਲ ਜੁੜ ਜਾਏ, ਗੁਰੂ ਮਹਾਰਾਜ ਦੇ ਨਾਲ ਜੁੜ ਜਾਏ, ਗੁਰੂ ਗ੍ਰੰਥ ਸਾਹਿਬ ਜੀ ਦਾ ਜੁੜ ਜਾਏ, ਇਹੀ ਸਾਡਾ ਪ੍ਰਚਾਰ ਹੈ। ਉਹਦੇ 'ਚ ਅਸੀਂ ਪਹਿਲਾਂ ਤਾਂ ਗੁਰਦੁਆਰਾ ਸੀਸ ਮਾਰਗ ਸਾਹਿਬ ਬਣਾਵਾਂਗੇ ਜੀ, ਅਤੇ ਦੂਜਾ ਸ਼ਹੀਦ ਬਾਬਾ ਜੀ ਅਸੀਂ ਵਿੱਦਿਆ ਭਵਨ, ਇਹ 10 ਮੰਜ਼ਿਲਾਂ ਦਾ ਹੋਏਗਾ, ਜਿਹਦੇ 'ਚ ਅਸੀਂ ਸੰਗੀਤ ਦੇ ਸਾਰੇ ਸ਼ੁੱਧ ਬਾਣੀ ਦਾ ਪਾਠ, ਸੰਗੀਤ ਦਾ, ਬਾਣੀ ਦਾ, ਰਾਗੀ ਢਾਡੀ ਜਿਹੜੇ ਹੈ ਉਹ ਪੈਦਾ ਕਰਾਂਗੇ। ਅਤੇ ਤੀਜਾ ਹੈਗਾ ਵੀ ਜਿਹੜੇ ਸਟੂਡੈਂਟ ਹੈ ਜਿਨ੍ਹਾਂ ਨੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਉਹਦੇ ਲਈ ਇੱਥੇ ਕੇਂਦਰ ਬਣਾਵਾਂਗੇ, ਅਤੇ ਨਾਲ ਗਾਈਡੈਂਸ ਇਨਫੋਰਮੇਸ਼ਨ ਸੈਂਟਰ ਇਹ ਵਿੱਦਿਆ ਦਾ ਹੋਏਗਾ। ਅਸੀਂ ਚਾਹੁੰਦੇ ਹਾਂ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕਲਗੀਧਰ ਪਾਤਸ਼ਾਹ ਦਾ ਅਸੀਂ ਬਹੁਤ ਵੱਡੀ ਇਹ ਵਿੱਦਿਆ ਦਾ ਇੱਕ ਬਹੁਤ ਵੱਡਾ ਕੇਂਦਰ ਬਣਾ ਦਈਏ, ਜਿਹਦੇ ਨਾਲ ਸੰਗਤਾਂ ਦੇਸ਼ਾਂ ਵਿਦੇਸ਼ਾਂ ਆ ਕੇ ਵੀ ਇੱਥੇ ਸਿੱਖਿਆ ਲੈਣ। ਔਰ ਉਹਦੇ 'ਚ ਤੀਜੀ ਗੱਲ ਹੈ ਭਾਈ ਕਿਲਣਾ ਜੀ ਨਿਵਾਸ, ਅਸੀਂ ਇੱਕ 10 ਮੰਜ਼ਿਲੀ ਇਮਾਰਤ ਵੀ ਬਣਾਉਣ ਦਾ ਸਾਡਾ ਇਰਾਦਾ ਹੈ, ਪਾਸ ਵੀ ਕਰਤਾ ਟਰਸਟ ਨੇ, ਜਿਹਦੇ 'ਚ ਤਾਂ ਕਿ ਜਿਹੜੀ ਸੰਗਤ ਹੋਲੇ ਮਹੱਲੇ ਦੇ ਪਾਬੰਦ ਦਿਹਾੜੇ 'ਤੇ ਆਉਂਦੀ ਹੈ ਉਹਨੂੰ ਜੋ ਦਿੱਕਤ ਹੈ ਕਮਰਿਆਂ ਦੀ ਜਾਂ ਘਾਟ, ਉਹ ਇਹ 10 ਮੰਜ਼ਿਲੀ ਇਮਾਰਤ ਕਾਫੀ ਹੱਦ ਤੱਕ ਪੂਰੀ ਕਰ ਸਕੇ। ਸੋ ਇਹ ਪ੍ਰੋਜੈਕਟ ਜਿਹੜਾ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ। ਤੋ ਅਸੀਂ ਆਸ ਕਰਦੇ ਹਾਂ ਕਲਗੀਧਰ ਪਾਤਸ਼ਾਹ ਦੇ ਵਿੱਚ ਕਿ ਉਹਨਾਂ ਨੇ ਆਪਣੇ ਗੁਰੂ ਕੇ ਬੇਟੇ ਨੂੰ ਦਾ ਨਾਂ ਉਜਾਗਰ ਕਰਨ ਲਈ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕਰਾਇਆ ਉਹਨੂੰ ਨੇਪਰੇ ਚੜ੍ਹਨਗੇ। ਸੋ ਇਹੀ ਸਾਡੀ ਗੁਰੂ ਮਹਾਰਾਜ ਜੀ ਬੇਨਤੀ ਅਰਦਾਸ ਹੈ। ਰੰਗਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਅਤੇ ਹੁਣ ਆਪਾਂ ਉਹਨਾਂ ਜਿਹਨਾਂ ਸਤਿਕਾਰ ਨਾਲ ਬਾਬਾ ਜੀਵਨ ਸਿੰਘ ਜੀ, ਆਪਾਂ ਉਹਨਾਂ ਦਾ ਸਿੱਖ ਪੰਥ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਉਣ ਤੋਂ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਰਿਹਾ। ਤੋ ਇਹ ਜਿਹੜਾ ਪ੍ਰੋਜੈਕਟ ਉਹਨਾਂ ਦੇ ਨਾਂ 'ਤੇ ਸ਼ੁਰੂ ਕੀਤਾ ਹੈ ਸੱਚਮੁੱਚ ਇੱਕ ਬੜਾ ਸ਼ਲਾਘਾਯੋਗ ਉਪਰਾਲਾ ਹੈ। ਤੋ ਇਸ ਤੋਂ ਇਲਾਵਾ ਵੀ ਕੀ ਆਪਾਂ ਕੋਈ ਹੋਰ ਪ੍ਰੋਜੈਕਟ ਵੀ ਅੱਜ ਤੱਕ ਕੀਤੇ, ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਦਿਓ। ਮੈਂ ਜੀ ਆਪਣੀ ਮੈਂ ਪਹਿਲਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਡਾਇਰੈਕਟ ਭਰਤੀ ਹੋਇਆ ਸੀ। ਪਹਿਲਾਂ ਸਭ ਤੋਂ ਮੇਰੀ ਸ਼ਰਧਾ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਵਿੱਚ ਹੈ। ਅਸੀਂ ਆਮ ਆਉਂਦੇ, ਸਾਡੇ ਪਰਿਵਾਰ ਵੀ, ਮੇਰੇ ਦਾਦਾ ਪੜਦਾਦਾ ਸਾਰੇ ਉੱਥੇ ਦੀ ਜਿਹੜੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਚਮਕੌਰ ਸਾਹਿਬ, ਜਿੱਥੇ ਸ਼ਹੀਦ ਬਾਬਾ ਜੀਵਨ ਸਿੰਘ 23 ਦਸੰਬਰ 1704 ਈਸਵੀ ਨੂੰ ਸ਼ਹੀਦ ਹੋਏ ਸਨ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 22/23 ਦਸੰਬਰ 1700 ਰਾਤ ਨੂੰ ਚਮਕੌਰਗੜ੍ਹ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਪਿਸ਼ਾਕਾ ਬਾਬਾ ਜੀ ਨੂੰ ਬਖਸ਼ਿਆ ਸੀ। ਔਰ ਇਸ ਪਾਵਨ ਸਥਾਨ 'ਤੇ ਚਮਕੌਰ ਸਾਹਿਬ ਦੀ ਪਾਵਨ ਧਰਤੀ 'ਤੇ
ਸ਼ਹੀਦ ਸਿੰਘਾਂ 37 ਸ਼ਹੀਦ ਸਿੰਘਾਂ ਵਿੱਚੋਂ ਅਕੇਲੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਅਕੇਲਿਆਂ ਦੀ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਹੈ, ਜਿੱਥੇ ਉਹਦਾ ਸੰਸਕਾਰ ਹੋਇਆ ਸੀ। ਅਤੇ ਇਹਦੇ ਨਾਲ ਹੀ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ, ਜਿੱਥੇ ਗੁਰੂ ਮਹਾਰਾਜ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਿੰਘਾਂ ਦਾ ਸੰਸਕਾਰ ਹੋਇਆ ਸੀ। ਸੋ ਇਸ ਕਰਕੇ ਇਸ ਸਥਾਨ ਦੀ ਸੇਵਾ, ਬਾਬਾ ਜੀ ਦੇ ਸ਼ਹੀਦੀ ਸਥਾਨ ਦੀ ਸੇਵਾ 2/10/1987 ਨੂੰ ਦਾਸ ਨੂੰ ਬਖਸ਼ਿਸ਼ ਕੀਤੀ ਸੀ ਸੰਗਤਾਂ ਨੇ, ਔਰ ਉੱਥੇ 7 ਮੰਜ਼ਿਲਾਂ ਬਣ ਚੁੱਕੀਆਂ, ਸੋਨੇ ਦੇ ਕਲਸ਼ ਚੜ੍ਹ ਚੁੱਕੇ ਹੈ, ਅਤੇ ਉੱਥੇ ਮਹਾਰਾਜ ਦੀ ਕਿਰਪਾ ਦੇ ਨਾਲ 105 ਫੁੱਟ ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ। ਬੜੀ ਮਹਾਰਾਜ ਨੇ ਕਿਰਪਾ ਕੀਤੀ ਕਿ ਇਹ ਸਥਾਨ ਇੱਕ ਦਾਸ ਤੋਂ ਮੇਰੀ ਕੋਈ ਔਕਾਤ ਨਹੀਂ ਸੀ, ਪਰ ਉਸ ਨੇ ਆਪਣਾ ਇਹ ਸਥਾਨ ਬਣਵਾ ਲਿਆ, ਔਰ ਜਿਸ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਅੱਛਾ, ਇੱਕ ਚੀਜ਼ ਥੋੜ੍ਹਾ ਜਾਣਕਾਰੀ ਵੀ ਲੈਂਦੇ ਚੱਲੀਏ ਸੰਗਤ ਲਈ। ਤੋ ਜਿਵੇਂ ਤੁਸੀਂ ਗੱਲ ਕੀਤੀ ਬਾਬਾ ਜੀਵਨ ਸਿੰਘ ਜੀ ਦਾ ਉੱਥੇ ਸ਼ਹੀਦੀ ਸਥਾਨ ਹੈ, ਅਤੇ ਤੁਸੀਂ ਕਹਿੰਦੇ ਕਲਗੀ ਜਿਹੜੀ ਹੈ ਬਾਬਾ ਜੀਵਨ ਸਿੰਘ ਉਹਨਾਂ ਨੂੰ, ਪਰ ਅਸੀਂ ਅੱਜ ਤੱਕ ਇਤਿਹਾਸ ਵਿੱਚ ਸੁਣਦੇ ਆ ਰਹੇ ਕਿ ਜਿਹੜੀ ਕਲਗੀ ਆ ਉਹ ਬਾਬਾ ਸੰਗਤ ਸਿੰਘ ਉਹਨਾਂ ਦੇ ਸਿਰ 'ਤੇ ਸਜਾ ਕੇ ਗਿਆ ਸੀ। ਇਹ ਥੋੜ੍ਹਾ ਇਹਦੇ ਬਾਰੇ ਜਾਣਕਾਰੀ ਦਿਓ ਕਿ ਇਹ ਕਿਸ ਤਰ੍ਹਾਂ ਇਹ ਗੱਲ ਜਿਹੜੀ ਆ ਸਾਹਮਣੇ ਆਉਂਦੀ ਹੈ। ਮੈਂ ਕਿਤਾਬਾਂ ਲਿਖੀਆਂ ਜੀ, ਗੁਰੂ ਕੇ ਬੇਟੇ ਅਸਲ ਸੱਚ ਕਲਗੀ ਤੇ ਪੋਸ਼ਾਕੇ ਦਾ। ਇਹ ਮੈਨੂੰ ਵੀ, ਮੈਂ ਬਾਬਾ ਜੀਵਨ ਸਿੰਘ ਬਾਰੇ ਖੋਜ ਕਰ ਰਿਹਾ ਸੀ, ਮੈਨੂੰ ਕਵੀ ਕੰਕਣ ਦੀ ਕਿਤਾਬ ਮਿਲੀ, ਜਿਹੜਾ ਕਿ ਗੁਰੂ ਸਾਹਿਬ ਦਾ ਦਰਬਾਰੀ ਕਵੀ ਸੀ 52 ਕੁਝ। ਉਹ ਲਿਖਦਾ, ਨਿੱਜ ਕਲਗੀ ਸਿਰ ਦਈ ਸਜਾਏ, ਦਈ ਪੌਸ਼ਾਕ ਆਪਣੀ ਪਹਿਰਾਏ, ਜੀਵਨ ਸਿੰਘ ਕੋ ਬੁਰਜ ਬਿਠਾਏ, ਤਜਗੜੀ ਗੁਰੂ ਗੋਬਿੰਦ ਸਿੰਘ ਜਾਏ। ਅੰਤ ਅਕੇਲਾ ਗढ़ में बंदूखी प्रवीण, जीवन सिंह रेटो जूझ गयो संगदीन, वजीरा अति प्रसन्न प्यो, लियो मार गोविंद दिल्ली तायो सिलसिला खुशी करना रहिंदा। ਜਦੋਂ ਇਹ ਮੈਂ ਪੜ੍ਹਿਆ, ਮੈਂ ਕਿਹਾ ਵੀ ਇਹ ਤਾਂ ਫਿਰ ਜਿਹੜੇ ਸੰਗਤ ਸਿੰਘ ਨੂੰ ਕਹਿੰਦੇ ਸੀ। ਫਿਰ ਮੈਂ ਬਾਬਾ ਜੀਵਨ ਸਿੰਘ ਬਾਰੇ ਖੋਜ ਕੀਤੀ ਵੀ ਕਿੰਨੇ ਰਾਈਟਰ ਬਾਬਾ ਜੀਵਨ ਸਿੰਘ ਨੂੰ ਕਹਿੰਦੇ। ਫਿਰ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਉਹਦੇ 'ਚ ਇੱਕ ਗ੍ਰੰਥ ਉਹਨਾਂ ਨੇ ਸੰਪਾਦਨ ਕੀਤਾ ਜਿਹਦਾ ਨਾਮ ਗੁਰਬਿਲਾਸ ਪਾਤਸ਼ਾਹੀ ਛੇਵੀਂ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਭਗਤ ਸਿੰਘ ਨੇ ਲਿਖੀ ਹੈ, ਜਿਹੜਾ ਕਿ ਬਾਬਾ ਜੀ ਨੇ ਭਾਈ ਮਨੀ ਸਿੰਘ ਤੋਂ ਸਾਰੀ ਕਹਾਣੀ ਸੁਣ ਕੇ ਲਿਖੀ, ਔਰ ਗੁਰੂ ਸਾਹਿਬ ਦੇ ਸਮਕਾਲੀ ਹੋਇਆ। ਉਹ ਕਹਿੰਦਾ ਹੈ, ਜੀਵਨ ਸਿੰਘ ਗੁਰ ਕਾ ਸਿੱਖ ਹੋਏ, ਗੁਰ ਸਮਰੂਪ ਭੇਦ ਨਹੀਂ ਕੋਏ, ਤਾਂ ਕੋ ਆਪਣੀ ਠੌਰ ਬਿਠਾਏ, ਦੇ ਗੁਰਾਈ ਮਾਤ ਟਕਾਏ। ਸੋ ਉਹ ਦੋ ਰਾਈਟਰ ਹੋ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਗਜ਼ਟ ਦਸੰਬਰ 1993, ਭਾਸ਼ਾ ਵਿਭਾਗ, ਵਿੱਦਿਆ ਵਿਭਾਗ, ਇੱਕ ਗਜ਼ਟੀਅਰ ਰੋਪੜ ਡਿਸਟ੍ਰਿਕਟ ਦਾ, ਉਹਦੇ 'ਚ ਸਾਰਿਆਂ 'ਚ ਕਲਗੀ ਤੇ ਪੋਸ਼ਾਕਾ ਬਾਬਾ ਜੀ ਨੂੰ ਦਿੱਤਾ। ਫਿਰ ਮੈਂ ਸੰਗਤ ਸਿੰਘ 'ਤੇ ਖੋਜ ਕੀਤੀ ਵੀ ਇਹ ਸੰਗਤ ਸਿੰਘ ਦਾ ਕਿਆ ਝਗੜਾ ਵਿੱਚ ਹੈ। ਸਿੱਖ ਇਤਿਹਾਸ ਵਿੱਚ 3 ਸੰਗਤ ਸਿੰਘ ਹੋਏ। ਪਹਿਲਾ ਸੰਗਤ ਸਿੰਘ 1696 ਨੂੰ ਜੰਗ ਵਜਰੂੜ ਸ਼ਹੀਦ ਹੋਇਆ, ਦੂਜਾ ਸੰਗਤ ਸਿੰਘ 1705 ਨੂੰ ਜੰਗ ਮੁਕਤਸਰ ਸ਼ਹੀਦ ਹੋਇਆ, ਤੀਜਾ ਸੰਗਤ ਸਿੰਘ ਜਿਹੜਾ ਹੈ ਉਹ ਚਮਕੌਰਗੜ੍ਹੀ ਸ਼ਹੀਦ ਹੋ, ਬਾਬਾ ਜੀਵਨ ਸਿੰਘ ਦਾ ਭਰਾ ਸੀ, ਪਰ ਉਹਨੂੰ ਕਲਗੀ ਤੇ ਪੋਸ਼ਾਕਾ ਨਹੀਂ ਮਿਲਿਆ। ਹੁਣ ਇਹ 3 ਸੰਗਤ ਸਿੰਘ ਇਤਿਹਾਸ ਵਿੱਚ ਆਉਂਦੇ ਆ ਕਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 22/12/1666 ਤੋਂ ਲੈ ਕੇ 7/10/1708 ਤੱਕ 3 ਸੰਗਤ ਸਿੰਘ ਨਾਮ ਦੇ ਮਹਾਂਪੁਰਸ਼ ਹੋਏ, ਔਰ 4 ਸੰਗਤ ਸਿੰਘ ਨਕਲੀ ਪੈਦਾ ਕਰ ਲਏ। ਇੱਕ ਕਹਿਣ ਲੱਗੇ ਵੀ ਸੰਗਤ ਸਿੰਘ ਹੀਰ ਹੈ, ਉਹਦਾ ਪਿੰਡ ਖੇੜੀ ਹੈ ਫਗਵਾੜੇ ਦੇ ਕੋਲ, ਉਹਨੂੰ ਕਲਗੀ ਤੇ ਪੋਸ਼ਾਕਾ ਮਿਲਿਆ। ਉਹ ਕਹਿੰਦੇ ਨਹੀਂ, ਇਹ ਨਹੀਂ। ਦੂਜੇ ਕਹਿਣ ਲੱਗੇ ਕਿ ਸੰਗਤ ਸਿੰਘ ਮਠਾਣ ਗੋਤਰ ਹੈ, ਉਹਦਾ ਪਿੰਡ ਹੈ ਕੱਟਾ ਸਬੌਰ ਜ਼ਿਲ੍ਹਾ ਰੋਪੜ, ਉਹਨੂੰ ਕਲਗੀ ਤੇ ਪੋਸ਼ਾਕਾ ਮਿਲਿਆ। ਤੀਜੇ ਕਹਿਣ ਲੱਗੇ ਉੱਥੇ ਜਿਹੜਾ ਹੈ ਆਪਣਾ ਪ੍ਰਿਥਵੀ ਸਿੰਘ ਆਜ਼ਾਦ ਹੈ, ਉਹਦਾ ਮੁੰਡਾ ਹੈ ਆਪਣਾ ਨੰਬਰਦਾਰ ਹਰਚੰਦ ਸਿੰਘ ਖਰੜ, ਉਹ ਕਹਿੰਦੇ ਸੰਗਤ ਸਿੰਘ ਬਨਾਰਸ ਤੋਂ ਆਇਆ ਸੀ, ਉਹਨੂੰ ਕਲਗੀ ਤੇ ਪੋਸ਼ਾਕਾ ਮਿਲਿਆ, ਉਹ ਸਾਡੀ ਕੁਲ ਵਿੱਚੋਂ ਆ, ਅਸੀਂ ਗੁਰੂ ਰਵਿਦਾਸ ਜੀ ਦੇ ਕੁਲ ਵਿੱਚੋਂ ਆ। ਅਤੇ ਚੌਥਾ ਸੰਗਤ ਸਿੰਘ ਹਰਜਿੰਦਰ ਸਿੰਘ ਦਲਗੀਰ ਹੈ, ਇੱਥੋਂ ਦਾ ਤੁਹਾਡੇ ਪੱਟੀ ਜ਼ਿਲ੍ਹਾ ਤਰਨਤਾਰਨ ਦਾ, ਉਹ ਕਹਿੰਦਾ ਕਲਗੀ ਤੇ ਪੋਸ਼ਾਕਾ ਛਾਬੜੇ ਜੀ ਨੂੰ ਮਿਲਿਆ। ਹੁਣ ਸੰਗਤ ਸਿੰਘ ਹੋ ਗਏ 4, ਕਲਗੀ ਤੇ ਪੋਸ਼ਾਕਾ 1 ਹੈ, ਔਰ 4 ਨਕਲੀ ਹੈ। ਔਰ ਮੈਂ ਤੁਹਾਨੂੰ ਦੱਸਾਂ ਵੀ 4 ਮਨ ਘੜਤ ਹੈ ਇਹ। ਮੈਂ ਤੁਹਾਨੂੰ ਇੱਕ ਸਟਾਂਸ ਦੱਸਦਾ ਕਿ ਭਾਈ ਸੰਗਤ ਸਿੰਘ ਦਾਲਾ ਇੱਕ ਤਲਾਣੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਜੀ, ਉਹਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਕਿ ਸੰਗਤ ਸਿੰਘ ਦਾ ਸੀਸ ਕੱਟ ਕੇ ਫਤਿਹਗੜ੍ਹ ਸਾਹਿਬ ਲੋਗੇ, ਉੱਥੇ ਉਹਦਾ ਸੰਸਕਾਰ ਕੀਤਾ ਸੀ, ਇਸ ਕਰਕੇ ਉੱਥੇ ਸਾਨੂੰ ਗੁਰਦੁਆਰਾ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ। ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਸ਼ਹੀਦ ਬਾਬਾ ਜੀ ਨੂੰ ਸੇ ਵਿੱਦਿਅਕ ਤੇ ਭਲਾਈ ਟਰੱਸਟ, ਅਸੀਂ ਉਹਦੇ 'ਚ ਪਾਰਟੀ ਬਣ ਗਏ। ਪਾਰਟੀ ਬਣ ਕੇ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਹਲਫੀਆ ਬਿਆਨ ਦਿੱਤਾ, ਜਿਹਦੇ 'ਚ ਮੈਂ ਕਿਹਾ ਕਿ ਕਲਗੀ ਜਿਹੜੀ ਹੈ ਸੰਗਤ ਸਿੰਘ ਨੂੰ ਕਿਸੇ ਨੂੰ ਨਹੀਂ ਮਿਲੀ, ਲੇਕਿਨ ਇਹ 3 ਸੰਗਤ ਸਿੰਘ ਗੁਰੂ ਸਾਹਿਬ ਦੇ ਟਾਈਮ ਹੋਏ, ਇਹ 4 ਸੰਗਤ ਜਿਹੜੇ ਇਹ ਮਨ ਘੜਤ ਹੈ। ਜਦੋਂ ਹਾਈ ਕੋਰਟ ਦੇ ਸਾਡੇ ਵਕੀਲ ਨੇ ਇਹ ਗੱਲ ਮਾਨਯੋਗ ਜੱਜ ਸਾਹਿਬ ਦੇ ਧਿਆਨ ਵਿੱਚ ਲੈਂਦੀ, ਉਹ ਬੜੇ ਹੈਰਾਨ ਹੋਏ। ਉਹਨੇ ਸ਼੍ਰੋਮਣੀ ਕਮੇਟੀ ਦੇ ਵਕੀਲ ਨੂੰ ਕਿਹਾ ਵੀ ਆਹ ਚੱਕੋ, ਇਹ ਖੋਜ ਕਰੋ ਵੀ ਕੀ ਇਹ ਜੋ ਕਹਿ ਰਿਹਾ ਬੰਦਾ ਵੀ 3 ਸੰਗਤ ਸਿੰਘ ਗੁਰੂ ਸਾਹਿਬ ਦੇ ਟਾਈਮ ਹੋਏ, 4 ਨਕਲੀ ਹੈ, ਕੀ ਇਹ ਸੱਚ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, 3 ਯੂਨੀਵਰਸਿਟੀਆਂ ਦੇ ਵਿਦਵਾਨਾਂ ਦੀ ਟੀਮ ਬਣਾਈ, ਪਲੱਸ ਜਿਹੜਾ ਆਪਣਾ ਧਰਮ ਪ੍ਰਚਾਰ, ਪਲੱਸ ਜਿਹੜਾ ਰਿਸਰਚ ਬੋਰਡ ਹੈ, ਉਹਨਾਂ ਨੇ ਮੀਟਿੰਗ ਕਰਕੇ ਕਿਹਾ, ਜਿਹੜਾ ਹਾਈ ਕੋਰਟ 'ਚ ਫੈਸਲਾ ਦਿੱਤਾ,
ਉਹਨਾਂ ਨੇ ਕਿਹਾ ਵੀ ਕਿਸੇ ਵੀ ਸੰਗਤ ਸਿੰਘ ਦਾ ਸੀਸ ਦਾ ਸੰਸਕਾਰ ਫਤਿਹਗੜ੍ਹ ਸਾਹਿਬ ਨਹੀਂ ਹੋਇਆ। ਜਿਹੜੀ ਜਗ੍ਹਾ ਇਹ ਕਹਿੰਦੇ ਹੈ, ਜਿਸ ਜਗ੍ਹਾ ਬਾਰੇ ਕਹਿੰਦੇ ਵੀ ਉੱਥੇ ਸੰਸਕਾਰ ਹੋਇਆ, ਉਹ ਜਗ੍ਹਾ ਰਥ ਸਾਹਿਬ ਜਿਹੜਾ ਗੁਰਦੁਆਰਾ ਸੀ, ਜਦੋਂ ਛੋਟੇ ਸਾਹਿਬਜ਼ਾਦੇ ਜਿਹੜੇ ਸੀ ਉਹ ਉੱਥੇ ਉਤਰੇ ਸੀ, ਉੱਥੇ ਰਾਤ ਆ ਕੇ ਖੜ੍ਹਿਆ ਸੀ। ਉਹਨਾਂ ਦੀ ਜਗ੍ਹਾ ਇਹ ਸੰਗਤ ਸਿੰਘ ਦੀ ਕੋਈ ਨਹੀਂ। ਮਾਨਯੋਗ ਹਾਈ ਕੋਰਟ ਨੇ ਜਦੇ ਉਹਨਾਂ ਦੀ ਉਹ ਜਿਹੜੀ ਹੈ ਡਿਸਮਿਸ ਕਰ ਦੇ। ਸੋ ਇਸ ਕਰਕੇ ਮੇਰਾ ਤਾਂ ਇਹ ਖੁੱਲ੍ਹਾ ਚੈਲੰਜ ਹੈ ਵੀ ਮੈਨੂੰ ਇੱਕ ਹਵਾਲਾ ਦਿਖਾ ਦਿਓ ਸਮਕਾਲੀ ਇਤਿਹਾਸ ਦਾ, ਇੱਕ ਵੀ ਸੰਗਤ ਸਿੰਘ ਨੂੰ ਕਲੰਗੀ ਤੇ ਪਿਛਾਕਾ ਮਿਲਿਆ, ਅਸੀਂ ਨਹੀਂ ਲਿਖਾਂਗੇ। ਲੇਕਿਨ ਉਹਨੂੰ ਕਿਹੜਾ ਮੈਨੂੰ ਇਹ ਵੀ ਦਿਖਾ ਦਿਓ ਵੀ 13 ਲੜਾਈਆਂ ਹੋਈਆਂ ਜੀ ਚਮਕੌਰ ਜੰਗ ਤੋਂ ਪਹਿਲਾਂ, ਇੱਕ ਲੜਾਈ 'ਚ ਕਿਸੇ ਸੰਗਤ ਸਿੰਘ ਦਾ ਨਾਂ ਨਹੀਂ, ਇੱਕ ਲੜਾਈ ਦੇ ਵਿੱਚ। ਬੜੇ ਵੱਡੇ ਤੁਹਾਡੇ ਸਵਾਲ ਨੇ ਜੀ, ਬੜੀ ਅੱਛੀ ਤੁਹਾਡੀ ਖੋਜ ਹੈ ਔਰ ਇਹ ਹੋਰ ਗਹਿਰੀ ਵਿਚਾਰ ਦੀ ਮੰਗ ਕਰਦੀ ਹੈ। ਵਿਚਾਰ ਮੰਥਨ ਹੋਵੇ ਔਰ ਸੱਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਸਮੂਹ ਸੰਗਤ ਦੇ। ਤੋ ਇਹ ਬੜਾ ਅੱਛਾ ਉਪਰਾਲਾ। ਲੇਕਿਨ ਫਿਲਹਾਲ ਅਸੀਂ ਚਾਹੁੰਦੇ ਹਾਂ ਕਿ ਇਹ ਬਹੁਤ ਅਸੀਂ ਤੁਹਾਡੇ ਕੋਲ ਗਹਿਰਾਈ ਨਾਲ ਇੱਕ ਇੰਟਰਵਿਊ ਕਰਾਂਗੇ, ਤੁਹਾਡੀਆਂ ਜਿੰਨੀਆਂ ਖੋਜਾਂ ਹੁਣ ਤੱਕ ਹੋਈਆਂ ਉਹਨਾਂ ਬਾਰੇ ਜਾਣਾਂਗੇ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਹੋਰ ਦੱਸੋ, ਹੋਰ ਕਿਹੜੇ ਪ੍ਰੋਜੈਕਟ ਜਿਹੜੇ ਆ ਤੁਸੀਂ ਕੀਤੇ ਨੇ? ਅੱਛਾ, ਇਹਦੇ ਮੈਂ ਸਿਰਫ 1 ਮਿੰਟ ਬਾਰੇ ਗੱਲ ਕਰਨੀ ਕਿ ਇੱਕ ਮੈਂ ਲਿਖਿਆ ਕਿਤਾਬ ਅਸਲ ਸੱਚ ਕਲੰਗੀ ਤੇ ਪਿਛਾਕਾ ਬਖਸ਼ਣ ਦਾ। ਠੀਕ ਹੈ। ਉਹਦੇ ਵਿੱਚ ਮੈਂ ਸਾਰੇ ਹਵਾਲੇ ਦੇ ਦਿੱਤੇ, ਜਿਹੜੇ ਜਿੱਥੇ ਨਾਂ ਬਦਲੇ ਹੈ ਉਹ ਵੀ ਦੱਸਤਾ ਵੀ ਇਹ ਨਾਂ ਬਦਲੇ ਹੈ, ਜਿੱਥੇ ਹੇਰਾਫੇਰੀ ਕੀਤੇ ਸਾਰੀਆਂ ਅੱਗੇ ਲਿਆਤੀਆਂ। ਤਾਂ ਉਹ ਮੈਂ ਜਿਹੜੀ ਕਿਤਾਬ ਵੀ ਤੁਹਾਨੂੰ ਦੇਵਾਂਗਾ। ਅੱਛਾ, ਅਗਲਾ ਪ੍ਰੋਜੈਕਟ ਹੈਗਾ ਜਿਹੜਾ 2/10/1987 ਨੂੰ ਤੋਂ ਲੈ ਕੇ 31/12/2005 ਤੱਕ ਉਹ ਸੇਵਾ ਜਿਹੜੀ ਹੈ ਚਮਕੌਰ ਸਾਹਿਬ ਦੀ ਕੀਤੀ ਤੇ ਮਹਾਰਾਜ ਦਾ ਸਥਾਨ ਬਣ ਗਿਆ ਸਤਮੰਜਰ। ਉਹ ਤੋਂ ਬਾਅਦ 14/12/1996 ਨੂੰ ਅਸੀਂ ਗੁਰਦੁਆਰਾ ਤਪ ਅਸਥਾਨ ਜਿਹੜਾ ਅਨੰਦਪੁਰ ਸਾਹਿਬ ਹੈ, ਬੂੰਗਾ ਤਪ ਅਸਥਾਨ ਤੇ ਬੂੰਗਾ ਬਾਬਾ ਜੀ ਸੀ, ਇਹਦੀ ਸੇਵਾ ਮੈਂ 14/12/96 ਤੋਂ ਲੈ ਕੇ 31/12/1996 ਤੱਕ ਕੀਤੀ, 1 ਸਾਲ। ਉਸ ਤੇ ਤੀਜੀ ਹੈ ਜੀ 23/12/1996 ਨੂੰ ਗੁਰਦੁਆਰਾ ਸੀਸ ਮਾਰਗ ਸਾਹਿਬ ਚੰਡੀਗੜ੍ਹ ਅਸੀਂ ਬਾਬਾ ਜੀ ਸਿੰਘ ਦੇ ਨਾਂ 'ਤੇ ਬਣਾਇਆ ਸੀ, ਜਿਹੜਾ ਕਿ ਸਰਕਾਰ ਨੇ ਕੁਝ ਦੇਰ ਬਾਅਦ ਢਾਹ ਦਿੱਤਾ ਸੀ। ਉਹਦਾ ਅਸੀਂ ਹਾਈ ਕੋਰਟ ਤੋਂ ਕੇਸ ਜਿੱਤ ਕੇ ਉਹਦਾ ਕਬਜ਼ਾ ਲੈਣ ਲਈ ਕੇਸ ਅੰਡਰ ਕੰਸਟਰਕਸ਼ਨ ਹੈ। ਉਸ ਤੋਂ ਇਲਾਵਾ ਇੱਕ ਤਰਨਤਾਰਨ ਦੇ ਵਿੱਚ ਬੂੰਗਾ ਬਾਬਾ ਜੀਵਨ ਸਿੰਘ ਹੈ, ਉਹਦਾ ਕੋਰਟ ਦੇ ਵਿੱਚ 30 ਸਾਲ ਕੇਸ ਚੱਲਿਆ। 30 ਸਾਲ ਬਾਅਦ ਅਸੀਂ ਕੇਸ ਜਿੱਤ ਗਏ, ਸ਼੍ਰੋਮਣੀ ਕਮੇਟੀ ਹਾਰ ਗਈ ਕੇਸ 'ਚ। ਉਹ ਕੇਸ ਦੇ ਵਿੱਚ ਅਸੀਂ ਬੂੰਗਾ ਜਿਹੜਾ ਉੱਥੇ ਬਣਾਤਾ 3 ਮੰਜ਼ਿਲਾਂ, ਔਰ ਉਹਦਾ 11/10/2010 ਨੂੰ ਉਹ ਬੂੰਗਾ ਬਣਾਉਣਾ ਸ਼ੁਰੂ ਕੀਤਾ ਸੀ। 3 ਮੰਜ਼ਿਲਾਂ ਬਣ ਗਈਆਂ, ਉਹਦਾ ਸਾਰਾ ਕੰਮ ਕੰਪਲੀਟ ਹੈ। ਉਹਦਾ ਮੈਨੇਜਮੈਂਟ ਅਤੇ ਕੰਟਰੋਲ ਸ਼ਹੀਦ ਬਾਬਾ ਜੀ ਸਿੰਘ ਵਿੱਦਿਅਕ ਤੇ ਭਲਾਈ ਟਰਸਟ ਦੇ ਕੋਲ ਹੈ। ਅਗਲਾ ਜਿਹੜਾ ਹੈਗਾ ਸੀ ਬੂੰਗਾ ਸ਼ਹੀਦ ਬਾਬਾ ਜੀ ਸਿੰਘ ਦੁੱਖ ਭੰਜਨੀ ਬੇਰੀ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸੀ। ਇਹ ਬੂੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਸੀ, ਇਹਦੇ 'ਚ ਇਤਿਹਾਸ ਵਿੱਚ ਹੈ। ਅਸੀਂ ਇਹ ਬੂੰਗਾ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਅਕਵਾਇਰ ਕਰ ਲਿਆ। ਅਕਵਾਇਰ ਕਰਨ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਕੇਸ ਕਿਦਾ ਜਿੱਤ ਗਏ। ਫਿਰ 1980 ਦੇ ਵਿੱਚ ਇਹ ਕੇਸ ਹਾਈ ਕੋਰਟ ਕਰਤਾ। ਮੈਨੂੰ ਇਸ ਕੇਸ ਦੇ ਵਿੱਚ ਜਿਹੜੀ ਸਾਡੀ ਮਿਲਟਰੀ ਐਸੋਸੀਏਸ਼ਨ ਸੀ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੰਭਾਲਤੀ। ਅਸੀਂ 1980 ਤੋਂ ਲੈ ਕੇ 2005 ਤੱਕ ਕੇਸ ਮਾਨਯੋਗ ਹਾਈ ਕੋਰਟ ਚੱਲਦਾ ਰਿਹਾ। ਉੱਥੇ ਇਤਿਹਾਸਕ ਤੱਥ ਪੇਸ਼ ਕੀਤੇ ਵੀ ਇਹ ਬੂੰਗਾ ਤਾਂ ਬਣਿਆ ਸੀ ਵੀ ਇਹ ਇਤਿਹਾਸਕ ਤੱਥ ਹੈ ਜੀ, ਇਹਨਾਂ ਦੇ ਆਧਾਰ 'ਤੇ ਇਹ ਬੂੰਗੇ ਜਗ੍ਹਾ ਸੰਬੰਧਿਤ ਹੈ। ਸ਼੍ਰੋਮਣੀ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ 'ਚ ਕਰਤਾ, ਸ਼੍ਰੋਮਣੀ ਕਮੇਟੀ ਕੇਸ 'ਚ ਹਾਰ ਗਈ। ਉਹ ਤੋਂ ਬਾਅਦ ਅਸੀਂ ਇਸ ਦਾ ਕਬਜ਼ਾ ਲੈਣ ਲਈ ਕੇਸ ਜਿਹੜਾ ਕੀਤਾ, ਉਹਦਾ 2005 ਤੋਂ ਲੈ ਕੇ ਪਿਛਲੇ ਸਾਲ ਕੋਈ 1.5 ਸਾਲ ਹੋ ਗਿਆ। ਸ਼੍ਰੋਮਣੀ ਕਮੇਟੀ ਕਹਿੰਦੀ ਨਕਸ਼ਾ ਗਲਤ ਹੈ। ਅਸੀਂ ਹਾਈ ਕੋਰਟ ਦੇ ਵਿੱਚ ਫਿਰ ਦੁਬਾਰਾ ਕੇਸ ਕਰਿਆ ਵੀ ਜੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਨਕਸ਼ਾ ਪੇਸ਼ ਕੀਤਾ ਸਾਨੂੰ ਉਹਦੇ ਮੁਤਾਬਕ ਕਬਜ਼ਾ ਦੇ ਦਿਓ। ਜਿਵੇਂ ਹੀ ਸਾਨੂੰ ਕਬਜ਼ਾ ਮਿਲ ਗਿਆ ਅਸੀਂ ਉਹ ਬੂੰਗੇ ਦਾ ਕੰਮ ਵੀ ਉੱਥੇ ਸ਼ੁਰੂ ਕਰ ਦੇਣਾ। ਸੋ ਉਹਦਾ ਕਬਜ਼ਾ ਲੈਣ ਦੀ ਦੇਰ ਹੈ, ਅਸੀਂ ਉਹ ਵੀ ਕੰਮ ਸ਼ੁਰੂ ਕਰ ਦੇਣਾ। ਸੋ ਇਹ ਹੁਣ ਤੱਕ ਅਸੀਂ ਕੋਈ ਇਹ ਜਿਹੜਾ ਹੈ 6-7 ਪ੍ਰੋਜੈਕਟ ਜਿਹੜੇ ਹੈ ਬਾਬਾ ਜੀਵਨ ਸਿੰਘ ਜੀ ਦੇ, ਉਹ ਮਹਾਰਾਜ ਨੇ ਬੜੀ ਅਪਾਰ ਬਖਸ਼ ਕੀਤੀ ਹੈ। ਮੇਰੀ ਇੰਨੀ ਔਕਾਤ ਤਾਂ ਨਹੀਂ ਸੀ, ਪਰ ਉਹਨਾਂ ਨੇ ਸੇਵਾ ਬਖਸ਼ ਕੇ ਆਪ ਪੂਰੀ ਕਰਾਈ ਹੈ ਸੰਗਤ ਨੇ ਦੇ ਵਿੱਚ। ਇਹ ਤੇ ਗੱਲ ਹੋ ਗਈ ਜੀ, ਜਿਹੜੇ ਪ੍ਰੋਜੈਕਟਸ ਨੇ ਜਿਹਨਾਂ ਦੇ ਇਮਾਰਤਾਂ ਉਸਰਨੀਆਂ ਨੇ, ਜਿਹੜੀਆਂ ਨਿਸ਼ਾਨੀਆਂ ਕਾਇਮ ਹੋਣੀਆਂ ਨੇ ਬਾਬਾ ਜੀਵਨ ਸਿੰਘ ਜੀ ਦੀਆਂ। ਅੱਛਾ, ਇਸ ਤੋਂ ਇਲਾਵਾ ਤੁਸੀਂ ਹੋਰ ਵੀ ਜਿਹੜਾ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੋਈ ਈਵੈਂਟ ਕੋਈ ਕਦੇ ਕੀਤਾ ਕੁਛ? ਹਾਂ, ਅਸੀਂ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਔਰ ਜਿਹੜੇ ਸਮਾਜਿਕ ਕੁਰੀਤੀਆਂ, ਸਾਡਾ ਮਿਸ਼ਨ ਹੈ ਟਰਸਟ ਦਾ, ਪਹਿਲਾ ਯਾਦਗਾਰਾਂ ਕਾਇਮ ਕਰਨੀਆਂ, ਦੂਜਾ ਇਤਿਹਾਸ ਮੁਫਤ ਵੰਡਣਾ, ਤੀਜਾ ਜਿਹੜਾ ਹੈ ਵਿੱਦਿਆ ਦਾ ਚਾਨਣਾ, ਚੌਥਾ ਸਮਾਜਿਕ ਕੁਰੀਤੀਆਂ, ਪੰਜਵਾਂ ਆਪਣੀ ਆਰਥਿਕ ਹਾਲਤ ਕਿਵੇਂ ਸੁਧਾਰਨੀ, ਛੇਵਾਂ ਜਿਹੜਾ ਹੈ ਹੱਥ ਵੰਡਣ ਵਾਲੇ ਬਣਾਉਣੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਤਾਂ ਕਿ ਇਹ ਸਮਾਜ ਜਿਹੜਾ ਗੁਰੂ ਦੇ ਬੇਟੇ ਹੈ ਇਹਨਾਂ ਦਾ ਹੱਕ ਬਣਦਾ ਕਿ ਗੁਰੂ ਸਾਹਿਬ ਦੇ ਬਾਅਦ ਇਹ ਵਾਰਸ ਹੈ
ਇਹਨਾਂ ਵਾਰਸਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਜਿਹੜੀ ਸੰਗਤ ਹੈ ਦੂਰ ਚਲੇ ਗਏ ਸੀ, ਲੇਕਿਨ ਅੱਜ ਮੈਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੋਈ ਹੈ ਕਿ ਇਹ ਸੰਗਤ ਜਿਹੜੀ ਹੈ ਸਾਲ 2000 ਤੋਂ ਗੁਰੂ ਘਰ ਦੇ ਨਾਲ ਬਹੁਤ ਵੱਡੀ ਗਿਣਤੀ ਤੇ ਜੁੜ ਗਈ। ਔਰ ਅਸੀਂ ਸਾਡਾ ਇਹੀ ਪ੍ਰਚਾਰ ਹੈ ਕਿ ਤੁਸੀਂ ਦਾੜ੍ਹੀਆਂ ਕੇਸ ਨਾ ਕਟਾਓ, ਤੁਸੀਂ ਮਨ ਪੱਕਾ ਬਣਾ ਕੇ ਅੰਮ੍ਰਿਤ ਛਕੋ। ਉਂਝ ਨਹੀਂ ਅਸੀਂ ਕਿਸੇ ਨੂੰ ਇੰਝ ਨਹੀਂ ਕਰ, ਜਦ ਤੱਕ ਮਨ ਪੱਕਾ ਨਹੀਂ ਸੀ ਕਹਿੰਦੇ, ਜਦ ਤੱਕ ਮਨ ਪੱਕਾ ਨਹੀਂ ਬਣਦਾ ਉਦੋਂ ਤੱਕ ਅੰਮ੍ਰਿਤ ਨਹੀਂ ਛਕੋ। ਅੰਮ੍ਰਿਤ ਉਹੀ ਬੰਦੇ ਛਕ ਰਹੇ ਹੈ, ਤੋਂ ਅਸੀਂ ਇਹਨੂੰ ਸਿੱਖੀ ਦੇ ਨਾਲ ਜੋੜ ਰਹੇ। ਇਸ ਸੰਬੰਧ ਵਿੱਚ ਅਸੀਂ ਕੀਤਾ ਕਿ ਇਹਨਾਂ ਦੇ ਹੱਥ ਵੰਡਣ ਨਾਲ ਬਣਾਈਏ ਸਿੱਖੀ ਨਾਲ ਜੋੜਨ ਦਾ ਕਿਆ ਤਰੀਕਾ। ਸਭ ਤੋਂ ਪਹਿਲਾਂ ਅਸੀਂ ਸਾਲ 2000 ਈਸਵੀ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਲੀ ਤੱਕ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ 3 ਸਤੰਬਰ ਤੋਂ 5 ਸਤੰਬਰ ਤੱਕ ਇੱਕ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ। ਉਹ 5 ਸਾਲ ਅਸੀਂ ਦਿੱਲੀ ਗਏ। ਉਸ ਤੋਂ ਬਾਅਦ ਅਸੀਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਹਰ ਸਾਲ 3 ਸਤੰਬਰ ਤੋਂ 5 ਸਤੰਬਰ ਤੱਕ ਹਰ ਸਾਲ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਦਿਹਾੜੇ 'ਤੇ ਨਗਰ ਕੀਰਤਨ ਕੱਢਦੇ ਹਾਂ। ਔਰ ਅਸੀਂ ਇਹ ਜਿਹੜਾ ਨਗਰ ਕੀਰਤਨ ਹੈ ਇਹਦੇ ਵਿੱਚ ਅਸੀਂ 24 ਪੁਸਤਕਾਂ ਮੈਂ ਹੁਣ ਤੱਕ ਲਿਖੀਆਂ। ਅੱਛਾ ਜਿਹ 'ਚ ਮੇਨ 2 ਪੁਸਤਕਾਂ ਗੁਰੂ ਕੇ ਬੇਟੇ, ਜੀਵਨ ਦਰਪਣ ਭਾਈ ਸੰਗਤ ਸਿੰਘ। ਇਹਨਾਂ ਪੁਸਤਕਾਂ ਦੇ ਵਿੱਚ ਜਿਹੜੇ ਗੁਰੂ ਕੇ ਬੇਟੇ ਪੁਸਤਕ ਉਹ 632 ਪੇਜ ਦੀ ਹੈ, ਜਿਹਦੇ 'ਚ ਮੈਂ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਮਹਾਂਪੁਰਸ਼ ਹੋਏ ਆ, ਜਿੰਨੇ ਕੁ ਉਸ ਟਾਈਮ ਮੈਨੂੰ 1994-95 'ਚ ਮੈਂ ਕਿਤਾਬ ਲਿਖੀ ਸੀ, ਜਿੰਨੇ ਕੁ ਮੈਨੂੰ ਲੱਭੇ ਉਹ ਉਹਦੇ 'ਚ ਦਰਜ ਕਰਤੇ। ਉਹਦੇ ਵਿੱਚੋਂ ਹੀ ਅਲੱਗ-ਅਲੱਗ ਖੋਜ ਕਰਕੇ ਉਹ ਸਾਰੀਆਂ ਕਿਤਾਬਾਂ ਅਸੀਂ ਫ੍ਰੀ ਆਫ ਕਾਸਟ ਬਣਦੇ ਹਾਂ। ਔਰ ਬਾਬਾ ਜੀ ਦੇ ਚਿੱਤਰ ਜਿਹੜੇ ਹੈ ਉਹ ਵੀ ਅਸੀਂ ਫ੍ਰੀ ਆਫ ਕਾਸਟ ਬਣ ਰਹੇ ਹਾਂ। ਫੋਟੋਆਂ ਜਿਹੜੀਆਂ ਨਾ ਬਾਬਾ ਜੀ ਦੇ ਪੋਸਟਰ ਹੈ ਉਹ ਫ੍ਰੀ ਆਫ ਕਾਸਟ ਬਣ ਰਹੇ ਹੈ, ਕਿਤਾਬਾਂ ਫ੍ਰੀ ਆਫ ਕਾਸਟ ਬਣ ਰਹੇ। ਔਰ 2000 ਈਸਵੀ ਦੇ ਵਿੱਚ ਹੀ ਅਸੀਂ ਗਿਆਨੀ ਦਇਆ ਸਿੰਘ ਦਿਲਵਰ ਨਵਾਂ ਸ਼ਹਿਰ ਵਾਲਿਆਂ ਦੀ ਇੱਕ ਕੈਸਟ ਕਢਾਈ ਸੀ, ਜਿਹੜੀ ਕਿ ਬਹੁਤ ਮਸ਼ਹੂਰ ਹੋਈ ਸੀ। ਬਾਬਾ ਜੀਵਨ ਸਿੰਘ ਦਾ ਪਰਿਵਾਰ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਜੀਵਨ ਸਿੰਘ ਸ਼ਹੀਦੀ ਤੱਕ ਦਾ ਪ੍ਰਸੰਗ ਉਹਦੇ ਵਿੱਚ ਹੈ। ਗਿਆਨੀ ਦਇਆ ਸਿੰਘ ਦਿਲਵਰ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਉਹ ਕੈਸਟ ਜਿਹੜੀ ਹੈ ਉਹ ਕੀਤੀ ਹੈ, ਔਰ ਉਹਦਾ ਨਾਂ ਹੈ ਗੁਰੂ ਕੇ ਬੇਟੇ ਕੈਸਟ ਨਾਲ। ਉਸ ਤੋਂ ਇਲਾਵਾ ਅਸੀਂ 2 ਨਾਟਕ, ਗੁਰੂ ਕੇ ਬੇਟੇ ਨਾਟਕ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਲਾਈਟ ਐਂਡ ਸਾਊਂਡ ਹੈਗਾ, ਅਸੀਂ ਅੱਜ ਤੱਕ ਉਹ ਬਾਬਾ ਜੀਵਨ ਸਿੰਘ ਦੇ ਪਰਿਵਾਰ ਦਾ ਦਿਖਾਉਂਦੇ ਹੋਏ ਨੇ। ਦੂਜਾ ਲਾਈਟ ਐਂਡ ਸਾਊਂਡ ਨਾਟਕ ਹੈਗਾ ਬਾਬਾ ਵੀਰ ਸਿੰਘ ਧੀਰ ਸਿੰਘ, ਉਹ ਵੀ ਅਸੀਂ ਦਿਖਾਉਂਦੇ ਹੁੰਦੇ। ਸੋ ਇਸ ਕਰਕੇ ਇਤਿਹਾਸ ਦਾ ਅਸੀਂ ਕੋਸ਼ਿਸ਼ ਕੀਤੀ ਹੈ। ਹੁਣ ਮੀਟਿੰਗਾਂ ਕਰ ਰਹੇ ਹਾਂ, ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਇਤਿਹਾਸ ਪਹੁੰਚਾਤਾ। ਸਿਰਫ 4 ਸਟੇਟਾਂ ਹਿੰਦੁਸਤਾਨ ਦੀਆਂ ਰਹਿ ਗਈਆਂ, ਉੜੀਸਾ, ਬੰਗਾਲ, ਸਿੱਕਮ ਅਤੇ ਜੰਮੂ ਕਸ਼ਮੀਰ, ਜਿਨ੍ਹਾਂ 'ਚ ਮੈਂ ਗਿਆ ਨਹੀਂ। ਬਾਕੀ ਸਾਰੀਆਂ ਸਟੇਟਾਂ 'ਚ ਘੁੰਮ ਕੇ ਜਿੱਥੇ ਸੰਗਤ ਬੈਠੀ ਸੀ ਕਿਤਾਬਾਂ ਅਸੀਂ ਫ੍ਰੀ ਆਫ ਕਾਸਟ ਉੱਥੇ ਪਹੁੰਚਾਈਆਂ ਅਤੇ ਪ੍ਰਚਾਰ ਕੀਤਾ। ਅੱਛਾ, ਹੁਣ 2 ਚੀਜ਼ਾਂ ਆ ਗਈਆਂ ਜੀ। ਇੱਕ ਤਾਂ ਤੁਸੀਂ ਜਿਹੜੀਆਂ ਪੁਸਤਕਾਂ ਦੱਸਿਆ ਕਿ ਬਾਕੀ ਸਾਰੀਆਂ ਸਟੇਟਾਂ 'ਚ ਪਹੁੰਚਾ ਦਿੱਤੀਆਂ। ਜਿਹੜੇ ਸਾਊਥ ਵਾਲੇ ਆ ਉਹਨਾਂ ਦੀ ਜਿਹੜੀ ਭਾਸ਼ਾ ਜਿਹੜੀ ਆ ਅਲੱਗ ਹੈ, ਕੁਛ ਥਾਂ 'ਤੇ ਹਿੰਦੀ ਵੀ ਨਹੀਂ ਪੜ੍ਹਦੇ, ਉਹ ਜਿਹੜੀ ਉਹ ਟਰਾਂਸਲੇਟ ਕਰਕੇ ਉਹਨਾਂ ਦੀ ਭਾਸ਼ਾ 'ਚ ਦਿੱਤੀ ਹੈ ਜਾਂ ਹਿੰਦੀ 'ਚ ਦਿੱਤੀ ਜਾਂ ਕਿਹੜੀ ਭਾਸ਼ਾ 'ਚ ਦਿੱਤੀ ਹੈ, ਇੱਕ ਤਾਂ ਇਹ ਦੱਸੋ। ਅਸੀਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ, ਜਿਹੜੀ ਬਾਬਾ ਜੀਵਨ ਸਿੰਘ ਦੀ ਬਾਣੀ ਹੈ 124 ਸ਼ਲੋਕ ਹੈ ਗੁਰੂ ਕੇ ਬੇਟੇ ਦੇ ਵਿੱਚੋਂ 124 ਸ਼ਲੋਕ, ਉਹ 24 ਸ਼ਲੋਕ ਜਿਹੜੇ ਅਸੀਂ ਉਹ ਸੰਗਤ ਨੂੰ ਜਿਹੜੇ ਹੈ ਨਾ, ਇੱਥੇ ਦਾ ਇੱਕ ਪੰਡਤ ਰਾਓ ਸੀ, ਉਹ ਮੇਰੇ ਕੋਲ ਲੈ ਗਿਆ ਸੀ, ਉਹ ਮਤਲਬ ਕਰਨਾਟਕਾ ਸਾਈਡ ਦਾ, ਉਹਨੇ ਉੱਧਰ ਦੀ ਭਾਸ਼ਾ 'ਚ ਉਹ ਕੀਤਾ। ਇੱਕ ਉੱਥੇ ਮੈਂ ਕਰਨਾਟਕਾ 'ਚ ਗਿਆ ਸੀ, ਕਰਨਾਟਕਾ, ਆਂਧਰਾ ਅਤੇ ਆਪਣੇ 2012 ਦੇ ਵਿੱਚ ਕਰਨਾਟਕਾ, ਆਂਧਰਾ ਅਤੇ ਆਪਣੇ ਤਾਮਿਲਨਾਡੂ ਅਤੇ ਇੱਕ ਕੇਰਲਾ, ਇਹ 4 ਸਟੇਟਾਂ 'ਚ ਮੈਂ ਅਤੇ ਡਾਕਟਰ ਪ੍ਰਵਾਨਾ ਜੀ ਅਸੀਂ ਇੱਕ ਹਫ਼ਤੇ ਲਈ ਗਏ ਸੀ। ਉੱਥੇ ਜਿੱਥੇ ਮੈਨੂੰ ਪਤਾ ਸੀ, ਮੇਰੇ ਸਪੌਟ ਪਹਿਲਾਂ ਕੀਤੇ ਸੀ, ਜਿੱਥੇ ਸੰਗਤ ਬੈਠੀ ਸੀ ਉਹਨਾਂ ਕੋਲ ਗਏ ਅਸੀਂ, ਜਾ ਕੇ ਉਹਨੂੰ ਸਾਰੀ ਗੱਲ ਦੱਸੀ, ਉਹਨਾਂ ਨੂੰ ਪੰਜਾਬੀ 'ਚ ਦਿੱਤਾ, ਲੇਕਿਨ ਉਹ ਕਹਿੰਦੇ ਸੀ ਵੀ ਅਸੀਂ ਇਹਨੂੰ ਅੱਗੇ ਇੱਥੋਂ ਦੀ ਭਾਸ਼ਾ 'ਚ ਕਰਾਵਾਂਗੇ। ਔਰ 124 ਸ਼ਲੋਕ ਜਿਹੜੇ ਬਾਬਾ ਜੀ ਦੇ ਉਹ ਹੋ ਗਏ, ਕਈ ਭਾਸ਼ਾ 'ਚ ਹੋ ਗਏ, ਉੱਧਰ ਦੀਆਂ 'ਚ 2-3 ਭਾਸ਼ਾ, ਉਹਦੇ 'ਚ ਬਹੁਤ ਵੱਡੀ ਇਨਫੋਰਮੇਸ਼ਨ ਹੈ। ਇਹੋ ਜਿਹੀ ਇਨਫੋਰਮੇਸ਼ਨ ਕਿਸੇ ਕੋਲ ਨਹੀਂ। ਸਭ ਤੋਂ ਪਹਿਲੀ ਇਨਫੋਰਮੇਸ਼ਨ ਤਾਂ ਉਹਨਾਂ ਨੇ ਉਹਦੇ 'ਚ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਅੰਗ ਕਿਹੋ ਜਿਹੇ ਸੀ, ਯਾਨੀ ਕਿ ਪੈਰਾਂ ਤੋਂ ਲੈ ਕੇ ਨਹੁੰ ਤੋਂ ਲੈ ਕੇ ਗੁਰੂ ਸਾਹਿਬ ਦੇ ਸੀਸ ਤੱਕ, ਬਾਲਾਂ ਤੱਕ, ਕੇਸਾਂ ਆਪਣਾ ਅੱਖਾਂ ਤੱਕ, ਗੱਲਾਂ ਤੱਕ, ਬੁੱਲਾਂ ਤੱਕ, ਪੈਰਾਂ ਤੱਕ, ਮਤਲਬ ਹਰ ਉਂਗਲ ਦਾ ਗੁਰੂ ਬਾਬਾ ਜੀਵਨ ਸਿੰਘ ਨੇ ਲਿਖਿਆ ਵੀ ਇਹੋ ਜਿਹਾ ਸੀ, ਮਤਲਬ ਤਸਵੀਰ ਬਣਦੀ ਇੱਕ। ਦੂਜਾ ਅੰਮ੍ਰਿਤ ਤਿਆਰ ਕਰਨ ਦੀ ਵਿਧੀ, ਵੀ ਕਿਵੇਂ ਅੰਮ੍ਰਿਤ ਤਿਆਰ ਕਰਨਾ, ਪਹਿਲਾਂ ਉਹਦੇ ਹਾਲਾਤ ਕੀ ਸੀ, ਕਿਵੇਂ ਗੁਰੂ ਸਾਹਿਬ ਨੇ ਉਹ ਕੀਤਾ, ਫਿਰ ਅੰਮ੍ਰਿਤ ਤਿਆਰ ਕਰਨ ਦੀ ਵਿਧੀ, 5 ਕਕਾਰਾਂ ਦੀ ਮਹੱਤਤਾ, ਸਿੱਖਲੀ ਰਹਿਤ ਮਰਿਆਦਾ ਕੀ ਹੈ, ਉਹ ਗੁਰੂ ਕਾ ਬੇਟਾ ਉਹਨੇ ਸਭ ਜੋ ਦੇਖਿਆ ਦਰਬਾਰ 'ਚ ਉਹਨੇ ਲਿਖਿਆ, ਉਹ ਬਹੁਤ ਵੱਡੀ ਇਨਫੋਰਮੇਸ਼ਨ ਹੈ। ਔਰ ਫਿਰ ਉਹਨਾਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਆਪਣੇ ਪਿਤਾ ਭਾਈ ਸਦਾਨੰਦ ਜੀ ਦੀ ਸ਼ਹੀਦੀ ਜਿਹੜੀ ਉਹਨੇ ਆਪਣੇ ਹੱਥੀਂ ਕੀਤੀ ਹੈ, ਸੀਸ 'ਤੇ ਧੜ ਚੁੱਕਣ ਵੇਲੇ, ਉੱਥੇ ਉਹਦਾ ਵਰਤਾਂਤ ਉਹਦੇ ਦਿੱਤਾ। ਸੋ ਦੂਜੀਆਂ ਭਾਸ਼ਾਵਾਂ 'ਚ ਅਸੀਂ ਕੋਸ਼ਿਸ਼ ਕਰ, ਹਿੰਦੀ, ਅੰਗਰੇਜ਼ੀ, ਪੰਜਾਬੀ, 3 ਭਾਸ਼ਾ 'ਚ ਤਾਂ ਮੈਂ ਹੀ ਕੀਤੀਆਂ, ਅਤੇ ਦੂਜੀਆਂ ਭਾਸ਼ਾ 'ਚ ਜਿਹੜੇ ਹੈ ਅਲੱਗ-ਅਲੱਗ ਵਿਦਵਾਨਾਂ ਤੋਂ ਅਸੀਂ ਕਰਾ ਰਹੇ ਹਾਂ। ਔਰ ਕੁਛ ਇਹ ਬਾਣੀ ਹੋ ਗਈ ਹੈ, ਬਾਕੀ ਵੀ ਮੇਰੇ ਖਿਆਲ ਜਲਦੀ ਹੋ ਜੂ, 1 ਅੱਧੇ ਸਾਲ ਦੇ ਵਿੱਚ ਤੋਂ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਵੰਡਾਂਗੇ।
ਬਹੁਤ ਅੱਛਾ ਜੀ ਸਰਦਾਰ ਸਾਹਿਬ, ਤੁਸੀਂ ਜਿੰਨੀ ਜਾਣਕਾਰੀ ਦਿੱਤੀ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਹੁਣ ਤੱਕ ਇਹ ਉਲੰਭਾ ਰਹਿੰਦਾ ਸੀ ਸਾਡੀ ਸਭ ਤੋਂ ਵੱਡੀ ਜਿਹੜੀ ਧਾਰਮਿਕ ਸਥਾਨਾਂ ਦੀ ਸੰਸਥਾ ਉਹਨੂੰ ਅਸੀਂ ਸ਼੍ਰੋਮਣੀ ਕਮੇਟੀ ਨੂੰ ਸਮਝਦੇ ਹਾਂ, ਔਰ ਸ਼੍ਰੋਮਣੀ ਕਮੇਟੀ ਤੇ ਹਮੇਸ਼ਾ ਉਲੰਭਾ ਰਹਿੰਦਾ ਸੀ ਸੰਗਤ ਦਾ ਵੀ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਫਰੀ ਲਿਟਰੇਚਰ ਵੰਡਣ ਦੀ ਜਾਂ ਘਰ ਘਰ ਜਾ ਕੇ ਸੰਗਤ ਕੋਲ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਦੇ ਉੱਤੇ ਕੰਮ ਜਿਹੜੀ ਮਿੱਥ ਹੈ ਇਹ ਤੁਸੀਂ ਤੋੜੀ ਹੈ ਸਿੱਖੀ ਦੇ ਪ੍ਰਚਾਰ ਨੂੰ ਵਧੀਆ ਸਹੀ ਢੰਗ ਨਾਲ ਕਰਨ ਦੀ, ਔਰ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਰੋਲ ਹੈ ਉਹਨੂੰ ਉਜਾਗਰ ਕਰਨ ਦੀ। ਤੋ ਇਸ ਤੋਂ ਇਲਾਵਾ ਕੋਈ ਜਾਣਕਾਰੀ ਤੁਹਾਡੇ ਕੋਲ ਹੈ, ਕੋਈ ਇਤਿਹਾਸ ਦੀ ਕੋਈ ਉਹ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਉਹ ਦੱਸੋ। ਇਤਿਹਾਸ ਦੀ ਜਾਣਕਾਰੀ ਲੇਟੈਸਟ ਹੈ ਮੇਰੀ ਕਿਤਾਬ ਦਾ ਨਾਂ ਰੰਗੇਟਿਆਂ ਦਾ ਮਹਾਨ ਕੋਸ਼ ਜੀ। ਇਹਦੇ 'ਚ ਇਤਿਹਾਸ ਦਾ ਸਿੰਧੂ ਘਾਟੀ ਸਭਤਾ ਦਾ ਰਾਜ ਭਾਗ ਕਰਦੇ ਸੀ। ਰਾਜ ਭਾਗ ਕਿਵੇਂ ਖਤਮ ਹੋਇਆ, ਸਤਯੁਗ ਕਿਹੜੇ ਮਹਾਂਪੁਰਸ਼ਾਂ ਨੇ ਕੀ ਕੀਤਾ, ਦੁਆਪਰ ਤ੍ਰੇਤਾ ਕਲਯੁਗ, ਗੁਰੂ ਨਾਨਕ ਸਾਹਿਬ ਦੇ ਟਾਈਮ 'ਚ ਇਹ ਸਿੱਖ ਪੰਥ ਨਾਲ ਜੁੜ ਗਏ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਇਹਨਾਂ ਦਾ ਕੀ ਰੋਲ ਰਿਹਾ, ਕਿਹੜੇ ਮਹਾਂਪੁਰਸ਼ ਹੋਏ, ਕਿੰਨੇ ਸ਼ਹੀਦ ਹੋਏ, ਕਿਹੜੇ ਵਿਦਵਾਨ ਹੋਏ, ਕਿਹੜੇ ਬਾਣੀਕਾਰ ਹੋਏ। ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੱਖ ਮਿਸਲਾਂ, ਉਹਦੇ 'ਚ ਕੀ ਇਹਨਾਂ ਰੋਲ ਅਦਾ ਕੀਤਾ। ਫਿਰ ਸਿੱਖ ਰਾਜ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ 'ਚ ਕੀ ਰੋਲ ਅਦਾ ਕੀਤਾ। ਅੰਗਰੇਜ਼ੀ ਰਾਜ ਤੋਂ ਖਤਮ ਹੋਣ ਤੋਂ ਬਾਅਦ ਅੰਗਰੇਜ਼ੀ ਰਾਜ ਤੋਂ ਅੱਜ ਤੱਕ ਇਹਨਾਂ ਦਾ ਜੋ ਯੋਗਦਾਨ ਸੀ, ਜਿਹਨੇ ਮਹਾਂਪੁਰਸ਼ ਸੀ ਉਹਨਾਂ ਬਾਰੇ ਇਤਿਹਾਸ ਜਿਹੜਾ ਹੈ ਅਸੀਂ ਦਿੱਤਾ। ਔਰ ਆ ਸਾਡਾ ਜੋ ਇਰਾਦਾ, ਅਸੀਂ ਗੁਰੂ ਨਾਨਕ ਸਾਹਿਬ ਦਾ ਮਿਸ਼ਨ, ਜੋ ਸਾਡਾ ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਉਸ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਸਾਰੇ ਹਿੰਦੁਸਤਾਨ 'ਚ ਪਹੁੰਚਾਉਣ ਦੀ। ਠੀਕ ਹੈ, ਸ਼੍ਰੋਮਣੀ ਕਮੇਟੀ ਆਪਣਾ ਕੰਮ ਕਰੀ ਜਾਵੇ, ਅਸੀਂ ਆਪਣਾ ਕੰਮ ਕਰਦੇ, ਪਰ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਸਿੱਖੀ ਨਾਲ ਮਾੜਾ ਜਿਹਾ ਵੀ ਦਰਦ ਰੱਖਦੇ ਸੀ, ਉੱਥੇ ਪਹੁੰਚੇ ਔਰ ਉਹ ਪੂਰਨ ਹੁਣ ਗੁਰਸਿੱਖ ਹੋ ਗਏ ਔਰ ਸਾਰਾ ਬਹੁਤ ਵਧੀਆ ਉਹਨੇ ਕੰਮ ਕੀਤਾ ਔਰ ਸਾਰੇ ਬੰਦੇ ਗੁਰੂ ਘਰ ਨਾਲ ਜੁੜ ਗਏ ਹੈ। ਤੋ ਅਨੁਆਸ ਹੈ ਵੀ ਆਉਂਦੇ ਕੁਝ ਸਾਲਾਂ ਦੇ ਵਿੱਚ ਅਸੀਂ ਇਹ ਇਤਿਹਾਸ ਘਰ ਵੰਡ ਕੇ ਤਾਂ ਅਸੀਂ ਸੰਗਤ ਨੂੰ ਤਿਆਰ ਕਰਾਂਗੇ। ਸੋ ਇਹੀ ਸਾਡੀ ਕੰਮ ਹੈ, ਇਹੀ ਅਸੀਂ ਕਲਗੀਧਰ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰਦੇ ਕਿ ਸਾਨੂੰ ਚੜ੍ਹਦੀ ਕਲਾ ਬਖਸ਼ੀ, ਤਾਂ ਕਿ ਸ਼ਹੀਦ ਬਾਬਾ ਜੀ ਨੂੰ ਵਿਦਿਆ ਕਿਸੇ ਭਲੇ ਟਰਸਟ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਦੇ ਨੇ, ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਣਾ ਯੋਗਦਾਨ ਪਾ ਸਕਣ। ਜੀ ਬਹੁਤ ਅੱਛਾ, ਸਾਡੇ ਨਾਲ ਗੱਲਬਾਤ ਕਰਕੇ ਔਰ ਸਾਰੀ ਜੋ ਤੁਸੀਂ ਪੰਥ ਦੀ ਸੇਵਾ ਲਈ ਕਰ ਰਹੇ ਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਔਰ ਬਹੁਤ ਅੱਛਾ ਲੱਗਾ ਜਾਣ ਕੇ ਕਿ ਕੋਈ ਤੇ ਹੈ ਸੰਸਥਾ, ਕੋਈ ਤੇ ਲੋਕ ਹੈ ਜਿਹੜੇ ਕਿ ਸੱਚਮੁੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜਾ ਆਪਣਾ ਤਨ ਮਨ ਧਨ ਨਾਲ ਜਿਹੜੀ ਸੇਵਾ ਕਰ ਰਹੇ ਨੇ। ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੀ ਸਾਡੀ ਗੱਲਬਾਤ ਹੈ ਇਸ ਨੂੰ ਸਾਡੀ ਸੰਗਤ ਨੂੰ ਵੀ ਕਾਫੀ ਜਾਗਰੂਕਤਾ ਆਈ ਹੋਏਗੀ ਔਰ ਲੋਕੀ ਇਹਨੂੰ ਪਸੰਦ ਕਰਨਗੇ। ਔਰ ਇਹ ਅਸੀਂ ਸਭ ਨੂੰ ਅਪੀਲ ਕਰਦੀ ਹੈ ਕਿ ਇਹ ਜਿਹੜੀ ਵੱਡਮੁੱਲੀ ਜਾਣਕਾਰੀ ਹੈ ਇਹ ਅਸੀਂ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਈਏ। ਇੱਥੇ ਅਸੀਂ ਗੱਲਬਾਤ ਖਤਮ ਕਰਦੇ ਹਾਂ ਜੀ। ਤੁਹਾਡਾ ਬਹੁਤ ਧੰਨਵਾਦ ਜੀ।